प्यारे दोस्तों, माँ ਦਾ ਦੁੱਧ ਨਵਜੰਮੇ ਬੱਚੇ ਲਈ ਇੱਕ ਵਰਦਾਨ ਹੁੰਦਾ ਹੈ। ਪਰ ਪਿਛਲੇ ਕੁਝ ਦਹਾਕਿਆਂ 'ਚ ਵੇਖਣ 'ਚ ਆਇਆ ਹੈ ਕਿ ਬਹੁਤ ਸਾਰੀਆਂ ਮਾਵਾਂ ਆਪਣੇ ਬੱਚਿਆਂ ਨੂੰ ਆਪਣਾ ਦੁੱਧ ਨਹੀਂ ਪਿਲਾਉਂਦੀਆਂ। ਇਸ ਤਰ੍ਹਾਂ ਉਹ ਬੱਚਿਆਂ ਨੂੰ ਉਹਨਾਂ ਦੇ ਇੱਕ ਮਨੁੱਖੀ ਅਧਿਕਾਰ ਤੋਂ ਵਾਂਝਿਆ ਰੱਖਦੀਆਂ ਹਨ। ਜਿਹੜੀਆਂ ਮਾਵਾਂ ਆਪਣੇ ਬੱਚਿਆਂ ਨੂੰ ਦੁੱਧ ਪਿਲਾਉਂਦੀਆਂ ਹਨ ਉਹਨਾਂ ਵਿੱਚ ਜਿਹੜੀ ਹੈ ਬਿਮਾਰੀਆਂ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। 6 ਮਹੀਨਿਆਂ ਤੱਕ ਜਿਹੜਾ ਮਾਂ ਦਾ ਦੁੱਧ ਹੁੰਦਾ ਹੈ ਉਹ ਬੱਚੇ ਦੀ ਸੰਪੂਰਨ ਖੁਰਾਕ ਹੁੰਦਾ ਹੈ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਹੋਰ ਕੋਈ ਚੀਜ਼ ਦੇਣ ਦੀ ਜ਼ਰੂਰਤ ਨਹੀਂ ਹੁੰਦੀ। 6 ਮਹੀਨਿਆਂ ਤੱਕ ਜਿਹੜਾ ਦੁੱਧ ਹੁੰਦਾ ਹੈ ਉਸ ਵਿੱਚ ਜਿੰਨੇ ਵੀ ਪੌਸ਼ਟਿਕ ਤੱਤ ਹੁੰਦੇ ਹਨ, ਔਰ ਕਿਉਂਕਿ ਇਹਦੇ ਵਿੱਚ 80% ਪਾਣੀ ਹੁੰਦਾ ਹੈ, ਇਸ ਲਈ ਪਾਣੀ ਦੀ ਵੀ ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਹਾਂ, ਕੁਛ ਜਿਹੜੀਆਂ ਤੱਤ ਹੁੰਦੇ ਨੇ ਜਿਨ੍ਹਾਂ 'ਚ ਕਮੀ ਹੁੰਦੀ ਹੈ ਉਹਨਾਂ ਦੀ ਸਪਲੀਮੈਂਟਰੀ ਅਸੀਂ ਦੇ ਸਕਦੇ ਹਾਂ, ਸਪਲੀਮੈਂਟੇਸ਼ਨ ਕਰ ਸਕਦੇ ਹਾਂ। ਪਰ ਆਮ ਕਰਕੇ ਦੇਖਣ 'ਚ ਆਉਂਦਾ ਹੈ ਕਿ ਜਿਹੜਾ ਦੁੱਧ ਪਿਲਾਉਣ ਵਾਲੀਆਂ ਮਾਵਾਂ ਜਿਹੜੀਆਂ ਨੇ ਜਾਂ ਦੁੱਧ ਪਿਲਾਉਣ ਸਮੇਂ ਕਿਸੇ ਤਰ੍ਹਾਂ ਦਾ ਕੋਈ ਪਾਣੀ ਦਿੱਤਾ ਜਾਵੇ। ਸਿਰਫ ਉਹ ਤੱਤ ਜਿਨ੍ਹਾਂ ਦੀ ਕਮੀ ਵੇਖਣ ਨੂੰ ਮਿਲਦੀ ਹੈ ਉਹ ਤੱਤ ਦਿੱਤੇ ਜਾ ਸਕਦੇ ਹਨ। ਜਾਂ ਜੇ ਬੱਚਾ ਕਿਤੇ ਦਸਤ ਦਾ ਸ਼ਿਕਾਰ ਹੈ ਤਾਂ ਉਹਨੂੰ ORS ਦਿੱਤਾ ਜਾ ਸਕਦਾ ਹੈ। ਕਿਉਂਕਿ ਜਿਹੜੇ ਬੱਚੇ, ਜਿੱਦਾਂ ਗੱਲ ਕੀਤੀ ਹੈ ਕਿ ਜਿਹੜੇ ਬੱਚਿਆਂ ਦੇ ਵਿੱਚ ਮਾਂ ਦੁੱਧ ਨਹੀਂ ਪਿਲਾਉਂਦੀ ਉਹਨਾਂ ਵਿੱਚ 2 ਬਿਮਾਰੀਆਂ ਜਿਹੜੀਆਂ ਕਿ ਆਮ ਬੱਚਿਆਂ ਵਿੱਚ ਪਾਈ ਜਾਂਦੀਆਂ, ਨਮੂਨੀਆ ਅਤੇ ਦਸਤ, ਉਹਨਾਂ ਦੀ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ। ਔਰ ਆਮ ਕਰਕੇ ਦੇਖਿਆ ਜਾਂਦਾ ਹੈ ਕਿ ਬੱਚਿਆਂ ਦੇ ਵਿੱਚ ਜਿਨ੍ਹਾਂ ਬੱਚਿਆਂ 'ਚ 2 ਬਿਮਾਰੀਆਂ ਹੁੰਦੀਆਂ ਜਾਂ ਤਾਂ ਉਹਨਾਂ 'ਚ ਮੌਤ ਦਰ ਵੀ ਜ਼ਿਆਦਾ ਹੁੰਦੀ ਹੈ, ਔਰ ਦੂਸਰਾ ਹੈ ਕਿ ਜੇ ਉਹ ਬਚ ਵੀ ਜਾਂਦੇ ਨੇ ਤਾਂ ਉਹ ਕੁਪੋਸ਼ਣ ਦਾ ਸ਼ਿਕਾਰ ਹੁੰਦੇ ਹਨ ਅਤੇ ਭਵਿੱਖ ਵਿੱਚ ਉਹਨਾਂ ਨੂੰ ਇਹ ਬਿਮਾਰੀ ਬਾਰ-ਬਾਰ ਹੋਣ ਦੀਆਂ ਸੰਭਾਵਨਾ ਵੱਧ ਜਾਂਦੀਆਂ ਹਨ। ਸੋ ਇਸ ਲਈ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਹੈ ਕਿ ਬੱਚੇ ਦੇ ਜਦ ਦੁੱਧ ਪਿਲਾਉਣਾ ਹੈ ਤਾਂ ਉਸ ਵਿੱਚ ਸ਼ੁਰੂ ਕਰਨਾ ਹੈ ਤਾਂ ਉਸ ਵਿੱਚ ਦੇਰੀ ਨਾ ਕੀਤੀ ਜਾਵੇ। ਪਰ ਆਮ ਕਰਕੇ ਦੇਖਿਆ ਜਾਂਦਾ ਹੈ ਕਿ ਜਿਹੜੀਆਂ ਜਣੇਪੇ ਆਮ ਕਰਕੇ ਕਿਸੇ ਪੇਚੀਦਗੀ ਦੇ ਕਾਰਨ ਹੁੰਦੇ ਹਨ, ਜਿਨ੍ਹਾਂ ਵਿੱਚ ਬੱਚੇ ਜਾਂ ਮਾਂ ਨੂੰ ਕੋਈ ਸਮੱਸਿਆਵਾਂ ਆ ਜਾਂਦੀਆਂ ਹਨ, ਉਹਨਾਂ ਵਿੱਚ ਜਾਂ ਤਾਂ ਮਾਂ ਆਪਣਾ ਦੁੱਧ ਨਹੀਂ ਪਿਲਾ ਸਕਦੀ ਜਾਂ ਬੱਚਾ ਦੁੱਧ ਪੀ ਨਹੀਂ ਸਕਦਾ, ਔਰ ਇਹਨਾਂ ਸਮੱਸਿਆ ਦੇ ਹੁੰਦਿਆਂ ਹੋਇਆਂ ਦੋਨਾਂ ਨੂੰ ਵੱਖ ਰੱਖਿਆ ਜਾਂਦਾ ਹੈ। ਜਾਂ ਕਈ ਵਾਰੀ ਪਰਿਵਾਰਕ ਕੁਛ ਰੀਤੀ ਰਿਵਾਜ ਇਸ ਤਰ੍ਹਾਂ ਦੇ ਹੁੰਦੇ ਹਨ ਕਿ ਬੱਚੇ ਨੂੰ ਜਨਮ ਤੋਂ ਬਾਅਦ ਜਲਦੀ ਦੁੱਧ ਸ਼ੁਰੂ ਨਹੀਂ ਕੀਤਾ ਜਾਂਦਾ, ਜਾਂ ਕਈ ਵਾਰੀ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ ਹਨ ਜਿਹੜੀਆਂ ਕਿ ਬਿਮਾਰੀਆਂ ਹੁੰਦੀਆਂ ਜਿਨ੍ਹਾਂ 'ਚ ਬੱਚਿਆਂ ਨੂੰ ਜਿਹੜੀ ਹੈ ਜਦ ਤੱਕ ਉਹ ਬਿਮਾਰੀ ਨੂੰ ਕੰਟਰੋਲ 'ਚ ਨਹੀਂ, ਕਾਬੂ 'ਚ ਨਹੀਂ ਰੱਖਿਆ ਜਾਂਦਾ, ਬੱਚਿਆਂ ਨੂੰ ਦੁੱਧ ਨਹੀਂ ਪਿਲਾਇਆ ਜਾਂਦਾ। ਕਿਉਂਕਿ ਇਹ ਦੇਖਣ 'ਚ ਆਉਂਦਾ ਹੈ ਕਿ ਜੇ ਅਸੀਂ ਪਹਿਲੇ ਘੰਟੇ ਦੇ ਵਿੱਚ ਬੱਚੇ ਨੂੰ ਦੁੱਧ ਪਿਲਾਉਣਾ ਸ਼ੁਰੂ ਕਰ ਦਈਏ ਤਾਂ ਉਸ ਸਮੇਂ ਮਾਂ ਦੇ ਜਿਹੜਾ ਜ਼ਿਆਦਾ ਦੁੱਧ ਹੁੰਦਾ ਹੈ, ਔਰ ਬੱਚਾ ਵੀ ਜਦੋਂ ਆਪਣੀ ਮਾਂ ਨੂੰ ਛਾਤੀ ਨਾਲ ਲੱਗਦਾ ਹੈ ਤਾਂ ਉਹ ਵੀ ਦੁੱਧ ਨੂੰ ਜ਼ਿਆਦਾ ਲੈਂਦਾ ਹੈ। ਇਹ ਦੇਖਣ 'ਚ ਆਉਂਦਾ ਹੈ ਕਿ ਕਈ ਵਾਰੀ ਪਰਿਵਾਰਕ ਕਾਰਨਾਂ ਕਰਕੇ ਜਾਂ ਪਰਿਵਾਰਕ ਦੇ ਰੀਤੀ ਰਿਵਾਜਾਂ ਕਰਕੇ ਜਿਹੜੇ ਨੇ ਉਹ ਪਹਿਲਾਂ ਗੁੜਤੀ ਦੇਣ ਦੀ ਕੋਸ਼ਿਸ਼ ਕਰਦੇ ਨੇ, ਜਿਹੜੀ ਕਿ ਬਿਲਕੁਲ ਨਹੀਂ ਦੇਣੀ ਚਾਹੀਦੀ। ਉਸ ਦੀ ਜਗ੍ਹਾ ਜਿਹੜਾ ਪਹਿਲਾ ਦੁੱਧ ਹੈ ਉਹ ਦੇਣਾ ਅਤੀ ਜ਼ਰੂਰੀ ਹੈ, ਕਿਉਂਕਿ ਪਹਿਲੇ ਦੁੱਧ ਵਿੱਚ ਜਿਹੜੇ ਅਜਿਹੇ ਤੱਤ ਹੁੰਦੇ ਹਨ ਜਿਹੜੇ ਕਿ ਬੱਚੇ ਨੂੰ ਬਿਮਾਰੀ ਤੋਂ ਬਚਾਉਂਦੇ ਹਨ। ਇਸ ਨੂੰ ਅਸੀਂ ਕੋਲੋਸਟ੍ਰਮ ਕਹਿੰਦੇ ਹਾਂ, ਔਰ ਕੋਲੋਸਟ੍ਰਮ ਦੇਣਾ ਬਹੁਤ ਹੀ ਜ਼ਰੂਰੀ ਹੈ। ਜਿੱਥੇ ਇਹ ਬੱਚੇ ਨੂੰ ਬਿਮਾਰੀ ਤੋਂ ਬਚਾਉਂਦਾ ਹੈ, ਦੂਸਰਾ ਇਹਦੇ ਜਦੋਂ ਬੱਚੇ ਦੇ ਜਨਮ ਹੁੰਦਾ ਹੈ ਉਸ ਦੇ ਜਿਹੜੀ ਦਸਤ ਹੁੰਦੇ ਨੇ, ਮੈਕੋਨੀਅਮ ਜਿਹਨੂੰ ਕਹਿੰਦੇ ਆਪਾਂ, ਉਹ ਜਿਹੜਾ ਮੈਕੋਨੀਅਮ ਹੁੰਦਾ ਹੈ ਉਹ ਜਿਹੜਾ ਹੈ ਉਹ ਬੜੇ ਸੌਖੇ ਤਰੀਕੇ ਨਾਲ ਬਾਹਰ ਆ ਜਾਂਦਾ ਹੈ। ਸੋ ਇਸ ਲਈ ਕੋਲੋਸਟ੍ਰਮ ਦਾ ਬੜਾ ਵੱਡਾ ਰੋਲ ਹੈ। ਇਸ ਤੋਂ ਇਲਾਵਾ ਜਿਹੜੀ ਗੱਲ ਹੈ ਕਿ 6 ਮਹੀਨੇ ਤੱਕ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਣਾ ਚਾਹੀਦਾ ਹੈ, ਕਿਉਂਕਿ ਦੁੱਧ ਵਿੱਚ 80% ਤੱਕ ਪਾਣੀ ਹੁੰਦਾ ਹੈ। ਇਸ ਕਰਕੇ ਪਾਣੀ ਦੀ ਵੀ ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਮਾਂ ਬੱਚੇ ਨੂੰ 2 ਸਾਲ ਤੱਕ ਆਪਣਾ ਦੁੱਧ ਪਿਲਾ ਸਕਦੀ ਹੈ। ਜੇ ਮਾਂ ਇਸ ਦੌਰਾਨ ਗਰਭਵਤੀ ਵੀ ਹੋ ਜਾਂਦੀ ਹੈ ਤਾਂ ਜਣੇਪੇ ਤੱਕ ਉਹ ਆਪਣੇ ਬੱਚੇ ਨੂੰ ਦੁੱਧ ਪਿਲਾ ਸਕਦੀ ਹੈ ਜਦ ਤੱਕ ਦੂਸਰਾ ਬੱਚੇ ਦਾ ਜਨਮ ਨਹੀਂ ਹੁੰਦਾ। ਮਾਂ ਨੂੰ ਜਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਜ਼ਰੂਰੀ ਹੈ ਉਹ ਹੈ ਕਿ ਉਸਦੀ ਖੁਰਾਕ ਜਿਹੜੀ ਪੌਸ਼ਟਿਕ ਹੋਵੇ। ਦੂਸਰਾ ਹੈ ਕਿ ਉਹ ਕਿਸੇ ਤਰ੍ਹਾਂ ਦੀ ਦਵਾਈਆਂ ਦੀ ਵਰਤੋਂ ਨਾ ਕਰ ਰਹੀ ਹੋਵੇ ਜਿਹੜੀਆਂ ਕਿ ਬੱਚੇ ਨੂੰ ਨੁਕਸਾਨ, ਉਹ ਕਿਸੇ ਤਰ੍ਹਾਂ ਦੀ ਲਾਗ ਦਾ ਸ਼ਿਕਾਰ ਨਾ ਹੋਵੇ।
ਸ਼ਰਾਬ ਦੀ ਵਰਤੋਂ ਨਾ ਕਰ ਰਹੀ ਹੋਵੇ, ਸਿਗਰਟ ਨੋਸ਼ੀ ਜਾਂ ਹੋਰ ਨਸ਼ੇ ਨਾ ਲੈ ਰਹੀ ਹੋਵੇ, ਜਾਂ ਉਹ ਕਿਸੇ ਇਸ ਤਰ੍ਹਾਂ ਦੀ ਲਾਗ ਜਿੱਦਾਂ HIV ਅਤੇ ਤਪਤਿਕ ਰੋਗ ਹੈ ਉਹਨਾਂ ਦੀ ਸ਼ਿਕਾਰ ਨਾ ਹੋਵੇ। ਸੋ ਇਹਨਾਂ ਸਾਰੀਆਂ ਹਾਲਤਾਂ ਦੇ ਵਿੱਚ ਉਸ ਨੂੰ ਆਪਣੀ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ ਔਰ ਉਸ ਤੋਂ ਬਾਅਦ ਹੀ ਆਪਣਾ ਮਾਂ ਦਾ ਦੁੱਧ ਬੱਚੇ ਨੂੰ ਸ਼ੁਰੂ ਕਰਨਾ ਚਾਹੀਦਾ। ਇਹ ਵੇਖਣ 'ਚ ਆਉਂਦਾ ਹੈ ਕਿ ਜੇ ਅਸੀਂ ਮਾਂ ਦਾ ਦੁੱਧ ਜਿਹੜਾ ਉਹਨੂੰ ਬੱਚੇ ਨੂੰ ਪਿਲਾਉਣਾ ਜਲਦੀ ਸ਼ੁਰੂ ਨਹੀਂ ਕਰਦੇ ਤਾਂ ਹੌਲੀ ਹੌਲੀ ਮਾਂ ਦੇ ਦੁੱਧ ਜਿਹੜਾ ਉਹ ਘੱਟ ਬਣਨਾ ਸ਼ੁਰੂ ਹੋ ਜਾਂਦਾ ਹੈ ਔਰ ਘੱਟ ਬਣਨ ਕਰਕੇ ਬੱਚੇ ਦੀ ਜਿਹੜੀ ਹੈ ਉਹ ਬੱਚਾ ਜਦੋਂ ਸੁੱਕ ਕਰਦਾ ਤਾਂ ਉਹ ਜਿਹੜੀ ਹੈ ਨਿੱਪਲ ਹੈ ਉਹਦੀ ਮਾਂ ਦੀ ਉਹਨੂੰ ਜ਼ਖਮੀ ਕਰ ਦਿੰਦਾ। ਉਹਦੇ ਕਾਰਨ ਕਰਕੇ ਕਈ ਵਾਰੀ ਜਿਹੜਾ ਜ਼ਖਮ ਹੈ ਉਹ ਪਾਕ ਵੀ ਬਣ ਜਾਂਦੀ ਹੈ। ਸੋ ਦੋ ਚੀਜ਼ਾਂ ਜਿਹੜੀਆਂ ਬਹੁਤ ਮਹੱਤਵਪੂਰਨ ਨੇ ਕਿ ਇੱਕ ਤਾਂ ਛਾਤੀ ਦੇ ਵਿੱਚ ਸੋਜਸ਼ ਹੋ ਜਾਂਦੀ ਹੈ ਜਿਹਨੂੰ ਅਸੀਂ ਆਪਣੀ ਭਾਸ਼ਾ ਟੈਕਨੀਕਲ ਭਾਸ਼ਾ ਇੰਗੋਰਜਮੈਂਟ ਕਹਿੰਦੇ ਹਾਂ। ਦੂਸਰਾ ਹੈ ਕਿ ਬੱਚੇ ਦੀ ਜਿਹੜੀ ਨਿੱਪਲ ਹੈ ਉਹਦੇ ਮਾਂ ਦੀ ਜਿਹੜੀ ਛਾਤੀ ਦੀ ਨਿੱਪਲ ਹੈ ਉਹ ਜ਼ਖਮੀ ਹੋ ਜਾਂਦੀ ਹੈ। ਸੋ ਇਸ ਕਾਰਨ ਕਰਕੇ ਬੱਚੇ ਦਾ ਦੁੱਧ ਪੀਣਾ ਮੁਸ਼ਕਲ ਹੋ ਜਾਂਦਾ ਹੈ। ਸੋ ਇਹਨਾਂ ਚੀਜ਼ਾਂ ਤੋਂ ਬਚਣ ਲਈ ਇਹ ਜ਼ਰੂਰੀ ਹੈ ਕਿ ਜੇ ਬੱਚਾ ਦੁੱਧ ਨਹੀਂ ਪੀ ਰਿਹਾ ਤਾਂ ਮਾਂ ਦੇ ਦੁੱਧ ਨੂੰ ਮਤਲਬ ਦਬਾ ਕੇ ਉਸ ਨੂੰ ਦੁੱਧ ਕੱਢ ਕੇ ਅਤੇ ਕੌਲੀ ਅਤੇ ਚਮਚੇ ਨਾਲ ਪਿਲਾਇਆ ਜਾਵੇ। ਸੋ ਇਹ ਬੱਚੇ ਨੂੰ ਮਾਂ ਦੁੱਧ ਪਿਲਾਵੇ, ਇਹ ਸਿਰਫ ਉਸ ਦੀ ਆਪਣੀ ਹੀ ਜ਼ਿੰਮੇਵਾਰੀ ਨਹੀਂ, ਸਮਾਜ ਦੀ ਵੀ ਜ਼ਿੰਮੇਵਾਰੀ ਹੈ ਕਿਉਂਕਿ ਪਰਿਵਾਰ, ਸਮਾਜ ਔਰ ਜਿਹੜਾ ਮੀਡੀਆ ਇਸ ਵਿੱਚ ਬਹੁਤ ਮਹੱਤਵਪੂਰਨ ਰੋਲ ਅਦਾ ਕਰਦਾ ਹੈ। ਕਿਉਂਕਿ ਇੱਕ ਵੱਡਾ ਕਾਰਨ ਜਿਹੜਾ ਦੇਖਣ 'ਚ ਆ ਰਿਹਾ ਹੈ ਕਿ ਬੱਚੇ ਨੂੰ ਮਾਂ ਦੁੱਧ ਨਹੀਂ ਪਿਲਾ ਰਹੀ। ਜਿੱਥੇ ਸ਼ਹਿਰੀਕਰਨ ਹੋ ਰਿਹਾ ਹੈ, ਮਾਵਾਂ ਜਿਹੜੀਆਂ ਨੇ ਉਹ ਵੱਖਰੀਆਂ ਆਪਣੇ ਕੰਮਾਂ 'ਤੇ ਜਾਣ ਲੱਗ ਪਈਆਂ ਨੇ, ਉਹਨਾਂ ਨੂੰ ਦੁੱਧ ਪਿਲਾਉਣਾ ਮੁਸ਼ਕਲ ਆ ਰਿਹਾ। ਦੂਸਰੇ ਪਾਸੇ ਇਹ ਵੀ ਵੇਖਣ 'ਚ ਆ ਰਿਹਾ ਹੈ ਕਿ ਬਾਜ਼ਾਰ ਵਿੱਚ ਜਿਹੜੇ ਬੇਬੀ ਫੂਡਸ ਨੇ ਉਹ ਇੰਨੇ ਜ਼ਿਆਦਾ ਪ੍ਰਚਲਿਤ ਹੋ ਰਹੇ ਨੇ ਕਿ ਉਹ ਵੀ ਲੋਕ ਸ਼ੁਰੂ ਤੋਂ ਹੀ ਬੋਟਲ ਨਾਲ ਦੁੱਧ ਪਿਲਾਉਂਦੇ ਨੇ ਔਰ ਬੋਤਲ ਨਾਲ ਦੁੱਧ ਪਿਲਾਉਣ ਨਾਲ ਇਨਫੈਕਸ਼ਨ ਜਿਹੜੀ ਇਲਾਜ ਹੈ ਜਿਹੜੀ ਬਹੁਤ ਜ਼ਿਆਦਾ ਹੁੰਦੀ ਹੈ। ਸੋ ਮੌਤ ਦੀ ਦਰ ਵੀ ਔਰ ਬਿਮਾਰੀਆਂ ਦੀ ਦਰ ਵੀ ਘਟਦੀ ਹੈ। ਸੋ ਇਸ ਲਈ ਜ਼ਰੂਰੀ ਹੈ ਕਿ ਅਸੀਂ ਇਸ ਹਫ਼ਤੇ ਨੂੰ ਜਿਹੜਾ ਕਿ 1 ਤੋਂ 7 ਅਗਸਤ ਤੱਕ ਮਨਾਇਆ ਜਾ ਰਿਹਾ ਹੈ, ਇਸ ਦੌਰਾਨ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾਵੇ। ਖਾਸ ਕਰਕੇ ਜਿਹੜੀਆਂ ਗਰਭਵਤੀ ਔਰਤਾਂ ਨੇ ਔਰ ਨੌਜਵਾਨ ਲੜਕੀਆਂ ਨੇ ਜਿਨ੍ਹਾਂ ਨੇ ਭਵਿੱਖ ਵਿੱਚ ਮਾਵਾਂ ਬਣਨਾ ਹੁੰਦਾ ਹੈ, ਉਹਨਾਂ ਨੂੰ ਜਿੱਥੇ ਇਸ ਕਿ ਦੁੱਧ ਦੀ ਮਹੱਤਤਾ, ਮਾਂ ਦੇ ਦੁੱਧ ਦੀ ਮਹੱਤਤਾ ਦੀ ਗੱਲ ਕੀਤੀ ਜਾਵੇ, ਉੱਥੇ ਉਹਨਾਂ ਨੂੰ ਇਹ ਵੀ ਸਿਖਾਉਣਾ ਜ਼ਰੂਰੀ ਹੁੰਦਾ ਹੈ ਕਿ ਦੁੱਧ ਕਿੱਦਾਂ ਪਿਲਾਉਣਾ ਹੈ। ਸੋ ਇਸ ਲਈ ਇਹ ਮੁਹਾਰਤ ਵੀ ਬਹੁਤ ਜ਼ਰੂਰੀ ਹੈ ਕਿ ਔਰਤਾਂ ਵਿੱਚ ਹੋਵੇ ਕਿ ਉਹਨਾਂ ਨੇ ਦੁੱਧ ਕਿੱਦਾਂ ਪਿਲਾਉਣਾ ਹੈ। ਕਿਉਂਕਿ ਕਈ ਵਾਰੀ ਅਸੀਂ ਜਿਹੜੀਆਂ ਸਿਚੁਏਸ਼ਨ 'ਚ ਜਾਂ ਜਿਹੜੀਆਂ ਪੋਜੀਸ਼ਨ 'ਚ ਦੁੱਧ ਪਿਲਾਉਣ ਦੀ ਕੋਸ਼ਿਸ਼ ਕਰਦੇ ਹਾਂ ਉਹ ਜਿਹੜੀਆਂ ਬੱਚੇ ਨੂੰ ਸੂਟ ਨਹੀਂ ਕਰਦੀਆਂ ਔਰ ਬੱਚਾ ਦੁੱਧ ਨਹੀਂ ਪੀ ਸਕਦਾ। ਸੋ ਜਿੱਥੇ ਇਹਦੀ ਜ਼ਰੂਰੀ ਹੈ ਕਿ ਜਾਣਕਾਰੀ ਜ਼ਰੂਰੀ ਹੈ, ਉੱਥੇ ਇਹ ਵੀ ਟ੍ਰੇਨਿੰਗ ਜ਼ਰੂਰੀ ਹੈ ਕਿ ਦੁੱਧ ਨੂੰ ਕਿਸ ਤਰ੍ਹਾਂ ਮਾਂ ਦੁੱਧ ਆਪਣਾ ਕਿਸ ਤਰ੍ਹਾਂ ਪਿਲਾਵੇ। ਇਸੇ ਨਾਲ ਹੀ ਇਹ ਵੀ ਬਹੁਤ ਜ਼ਰੂਰੀ ਹੈ ਕਿ ਕਿਉਂਕਿ ਕਈ ਵਾਰੀ ਉਹਨਾਂ ਦੇ ਰਿਸ਼ਤੇਦਾਰਾਂ ਵਿੱਚੋਂ, ਆਲੇ ਦੁਆਲੇ ਵਿੱਚੋਂ ਬਹੁਤ ਸਾਰੀਆਂ ਜਿਹੜੀਆਂ ਭ੍ਰਾਂਤੀਆਂ ਹੁੰਦੀਆਂ ਨੇ, ਉਹਨਾਂ ਲਈ ਵੀ ਜ਼ਰੂਰੀ ਹੈ ਕਿ ਉਹਨਾਂ ਦੀ ਕਾਉਂਸਲਿੰਗ ਕੀਤੀ ਜਾਵੇ। ਔਰ ਬੱਚੇ ਨੂੰ ਦੁੱਧ ਪਿਲਾਉਣ ਵਿੱਚ ਸਭ ਤੋਂ ਜਿਹੜਾ ਮਹੱਤਵਪੂਰਨ ਰੋਲ ਹੈ ਉਹ ਹੈ ਪਰਿਵਾਰ ਦਾ। ਸੋ ਪਰਿਵਾਰ ਦੀ ਸਹਾਇਤਾ, ਸਿਹਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਕਾਉਂਸਲਿੰਗ, ਇਹ ਜਿਹੜੀਆਂ ਦੋਨੋਂ ਚੀਜ਼ਾਂ ਨੂੰ ਜਦੋਂ ਰਲਾ ਕੇ ਅਸੀਂ ਕਰਾਂਗੇ ਤਾਂ ਇਹ ਜਿਹੜਾ ਹੈ ਬੱਚੇ ਦੇ ਵਿੱਚ ਜਿਹੜਾ ਮਾਂ ਦੇ ਵਿੱਚ ਬੱਚੇ ਨੂੰ ਦੁੱਧ ਪਿਲਾਉਣ ਦੀ ਜਿਹੜੀ ਸੰਭਾਵਨਾ ਉਹ ਵਧੇਗੀ। ਸੋ ਕੋਸ਼ਿਸ਼ ਕਰੀਏ ਕਿ ਉਹਨਾਂ ਜਿਹੜਾ ਸਾਡਾ ਰਵਾਇਤੀ ਢੰਗ ਤਰੀਕਾ ਸੀ ਕਿ ਜਦੋਂ ਵੀ ਬੱਚਾ ਜਨਮਦਾ ਸੀ ਮਾਂ ਆਪਣਾ ਦੁੱਧ ਪਿਲਾਉਂਦੀ ਸੀ ਔਰ ਦੁੱਧ ਨੂੰ ਕੰਟੀਨਿਊ ਕਾਫੀ ਚਿਰ ਤੱਕ ਪਿਲਾਉਂਦੀ ਸੀ। ਜਿਵੇਂ ਅਸੀਂ ਕਿਹਾ ਕਿ ਸਿਹਤ ਜਿਹੜੀ ਸੰਸਾਰ ਸਿਹਤ ਸੰਸਥਾ ਉਹ ਵੀ ਕਹਿੰਦੀ ਕਿ 2 ਸਾਲ ਤੱਕ ਦੁੱਧ ਪਿਲਾਉਣਾ ਚਾਹੀਦਾ ਹੈ। ਸੋ ਅਗਰ ਅਸੀਂ ਉਹ ਦੁੱਧ ਪਿਲਾਇਆ ਜਾਵੇ ਤਾਂ ਜਿਹੜੇ ਬੱਚੇ ਸਾਡੇ ਤੰਦਰੁਸਤ ਹੋਣਗੇ, ਜਿੱਥੇ ਉਹ ਬਿਮਾਰੀਆਂ ਤੋਂ ਬਚੇ ਰਹਿਣਗੇ ਉੱਥੇ ਤੰਦਰੁਸਤ ਰਹਿਣਗੇ ਔਰ ਭਵਿੱਖ ਵਿੱਚ ਚੰਗੇ ਸਮਾਜ ਦੀ ਸਿਰਜਣਾ ਵਿੱਚ ਹਿੱਸਾ ਪਾਉਣਗੇ। ਬਹੁਤ ਬਹੁਤ ਧੰਨਵਾਦ।